अपनी मेहर कर बालिए कुल आलम चर सतर सख्त दे मालक साहिब कमाल सतगुरु धन धन साहिब श्री गुरु ग्रंथ साहिब महाराज जी आंदे पावन
ਅਤੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਸਤਿਗੁਰਾਂ ਦਾ ਖਾਸ ਰੂਪ, ਗੁਰੂ ਰੂਪ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਸੋ ਆਓ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ ਮਾਈ ਭਾਈ, ਸੋ ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਕਰੀਏ। ਲਵਾਈਏ ਹਾਜ਼ਰੀ, ਬੁਲਾਓ ਫਤਿਹ, ਆਖੋ ਸਾਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜਿਆ ਤੇ ਉਹ ਤੇ ਫਿਰਦੇ। ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਤੇ ਜਿਨ੍ਹਾਂ ਨੇ ਇਤਿਹਾਸਕਾਰ ਲਿਖਦੇ ਆ, ਕਹਿੰਦੇ ਢਾਈ ਮਾਵਾਂ ਨੇ ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਆਪਣੇ ਪੁੱਤਰਾਂ ਨੂੰ ਜੋੜਿਆ। ਪਰ ਜੇ ਅੱਜ ਦੀ ਗੱਲ ਕਰੀਏ, ਅੱਜ ਢਾਈ ਨੇ, ਅੱਜ ਪਤਾ ਨਹੀਂ ਕਿੰਨੀਆਂ ਮਾਵਾਂ ਨੇ ਸਾਡੀਆਂ ਸਤਿਕਾਰਯੋਗ ਭੈਣਾਂ ਨੇ ਕਿ ਜਿਹੜੀਆਂ ਆਪ ਤੇ ਜੁੜੀਆਂ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਪਰਿਵਾਰ ਨੂੰ ਵੀ ਸਤਿਗੁਰਾਂ ਦੇ ਨਾਲ ਜੋੜ ਦਿੱਤਾ, ਵਾਹਿਗੁਰੂ ਦੇ ਨਾਲ ਜੋੜ ਦਿੱਤਾ। ਬਾਬੇ ਫਰੀਦ ਦੀ ਮਾਤਾ ਮਰੀਅਮ ਨੇ ਆਪਣੇ ਪੁੱਤਰ ਫਰੀਦ ਬਾਰੇ ਸੋਚਿਆ, ਕਿਉਂਕਿ ਦੇਖੋ ਹਰ ਇੱਕ ਮਾਂ ਦਾ ਸੁਪਨਾ ਹੁੰਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਬਹੁਤ ਵੱਡਾ ਅਫਸਰ ਬਣਾਵਾਂ, ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਵਧੀਆ ਬਿਜ਼ਨਸਮੈਨ ਬਣਾਵਾਂ, ਕਿ ਆਪਣੇ ਬੱਚੇ ਨੂੰ ਮੈਂ ਬਾਹਰਲੇ ਦੇਸ਼ ਦੇ ਵਿੱਚ ਭੇਜਾਂ। ਹਰ ਇੱਕ ਮਾਂ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਪੁੱਤਰ ਵੱਡਾ ਹੋ ਕੇ ਆਪਣੇ ਪਿਤਾ ਦਾ, ਆਪਣੇ ਦਾਦੇ ਦਾ, ਆਪਣੇ ਪੜਦਾਦੇ ਦਾ, ਆਪਣੇ ਪਿੰਡ ਦਾ ਨਾਮ ਰੋਸ਼ਨ ਕਰੇ। ਹਰ ਇੱਕ ਦਾ ਇਹ ਸੁਪਨਾ। ਹੁਣ ਮਾਤਾ ਮਰੀਅਮ ਦਾ ਵੀ ਇਹ ਸੁਪਨਾ ਸੀ, ਮਾਤਾ ਮਰੀਅਮ ਦਾ, ਕਿ ਮੈਂ ਆਪਣੇ ਪੁੱਤਰ ਫਰੀਦ ਨੂੰ ਇੱਕ ਐਡਾ ਵੱਡਾ ਭਗਤ ਬਣਾਉਣਾ ਹੈ ਕਿ ਸੰਸਾਰ ਦੇ ਵਿੱਚ ਮੇਰੇ ਪੁੱਤਰ ਦਾ ਨਾਮ ਧਰੂੰ ਤਾਰੇ ਵਾਂਗੂ ਚਮਕੇ। ਕਿਵੇਂ ਧਰੂੰ ਦਾ ਨਾਮ ਚਮਕਦਾ ਹੈ ਨਾ, ਤੇ ਇਦਾਂ ਮੇਰੇ ਪੁੱਤਰ ਦਾ ਨਾਮ ਵੀ ਚਮਕੇ। ਤੇ ਗੁਰਮੁਖ ਪਿਆਰਿਓ, ਮਾਤਾ ਮਰੀਅਮ ਨੇ ਆਪਣੇ ਪੁੱਤਰ ਨੂੰ ਖੁਦਾ ਦੇ ਨਾਲ ਜੋੜਨਾ ਸੀ। ਹੁਣ ਖੁਦਾ ਦੇ ਨਾਲ ਜੋੜਿਆ ਕਿ ਹੁਣ ਬੱਚੇ ਨੂੰ ਸਕੂਲੇ ਭੇਜਣਾ ਤਾਂ ਉਹ ਲਾਲਚ ਦੇਣਾ ਪਵੇ ਕਿ ਉਹ ਦੁਕਾਨ ਦੇ ਉੱਤੋਂ ਕੋਈ ਨਾ ਕੋਈ ਚੀਜ਼ ਖਾਣ ਵਾਸਤੇ, ਕੋਈ ਬਿਸਕੁਟਾਂ ਦਾ ਪੈਕਟ, ਕੋਈ ਟੌਫੀਆਂ, ਗੋਲੀਆਂ ਜਾਂ ਇਦਾਂ ਦੇ ਕੋਈ ਆਪਾਂ ਨੂੰ ਉਹ ਚੀਜ਼ ਦੇਣੀ ਪਵੇਗੀ ਤੇ ਤਾਂ ਕਿ ਇਹ ਸਕੂਲ ਚਲਿਆ ਜਾਵੇ। ਤੇ ਉਹ ਹੋਰ ਵੀ ਬੜੇ ਲਾਲਚ ਦਿੰਦੇ ਆ ਕਿ ਪੁੱਤਰ ਮੈਂ ਤੈਨੂੰ ਨਵੇਂ ਕੱਪੜੇ ਲੈ ਕੇ ਦੇਵਾਂਗਾ, ਤੂੰ ਸਕੂਲ ਜਾ, ਵਧੀਆ ਪੜ੍ਹ, ਫਿਰ ਮੈਂ ਤੈਨੂੰ ਸਾਈਕਲ ਲੈ ਕੇ ਦੇਵਾਂਗਾ, ਤੂੰ ਵੱਡੀ ਕਲਾਸ ਦੇ ਵਿੱਚ ਹੋ ਗਿਆ ਫਿਰ ਮੈਂ ਤੈਨੂੰ ਮੋਟਰਸਾਈਕਲ। ਇਦਾਂ ਦੀਆਂ ਬੜੀਆਂ ਗੁਰਮੁਖ ਪਿਆਰਿਓ, ਕਿਉਂਕਿ ਬੱਚੇ ਨੂੰ ਪੜ੍ਹਨ ਵਾਸਤੇ, ਪ੍ਰੇਰਨਾ ਦੇਣ ਵਾਸਤੇ, ਪ੍ਰੇਰਨ ਵਾਸਤੇ ਤੇ ਇੰਨੇ ਲਾਲਚ ਦੇਣੇ ਚਾਹੀਦੇ। ਹੁਣ ਮਾਂ ਨੇ ਵੀ ਆਪਣੇ ਪੁੱਤਰ ਨੂੰ ਦੇਖੋ ਵਾਹਿਗੁਰੂ ਦੇ ਨਾਲ, ਖੁਦਾ ਦੇ ਨਾਲ ਜੋੜਨ ਵਾਸਤੇ ਲਾਲਚ ਦਿੱਤਾ। ਕੀ ਲਾਲਚ ਦਿੰਦੀ ਹੈ? ਹੁਣ ਮਾਂ ਨੇ, ਮਾਤਾ ਮਰੀਅਮ ਨੇ ਆਪਣੇ ਪੁੱਤਰ ਫਰੀਦ ਨੂੰ ਖੁਦਾ ਦੇ ਨਾਲ ਜੋੜਨਾ ਕੀਤਾ। ਮਾਤਾ ਕਹਿੰਦੀ ਹੈ, ਕਹਿੰਦੀ ਪੁੱਤਰ ਤੂੰ ਖੁਦਾ ਦੇ ਨਾਲ ਜੁੜੇਗਾ, ਖੁਦਾ ਤੈਨੂੰ ਖਾਣ ਵਾਸਤੇ ਸ਼ੱਕਰ ਦਿਆ ਕਰੇਗਾ, ਕਿ ਤੈਨੂੰ ਸ਼ੱਕਰ ਦੇਊਗਾ ਕਰਤਾ ਪੁਰਖ ਵਾਹਿਗੁਰੂ, ਖੁਦਾ ਤੈਨੂੰ ਸ਼ੱਕਰ ਦੇਗਾ ਖਾਣ ਵਾਸਤੇ। ਹੁਣ ਸਵੇਰੇ ਮਾਤਾ ਮਰੀਅਮ ਨੇ ਉੱਠਣਾ, ਉੱਠ ਕੇ ਆਪਣੇ ਫਰੀਦ, ਆਪਣੇ ਪੁੱਤਰ ਦੇ ਸਹਾਣੇ ਥੱਲੇ ਇੱਕ ਥੋੜੀ ਜਿਹੀ ਸ਼ੱਕਰ ਪਾ ਕੇ ਨਾ ਕਿਸੇ ਕਾਗਜ਼ ਜਾਂ ਕੱਪੜੇ ਵਿੱਚ ਕਹਿੰਦੇ ਪੂਰੀ ਬਣਾ ਕੇ ਧਰ ਦੇਣੀ ਕਿ ਬਾਅਦ ਚ ਖਾਣਾ। ਕਿ ਪੁੱਤਰ ਉੱਠ ਕੇ ਤੂੰ ਖੁਦਾ ਦੇ ਨਾਲ ਜੁੜ ਤੇ ਖੁਦਾ ਨੇ ਤੈਨੂੰ ਸ਼ੱਕਰ ਦੇਣੀ ਖਾਣ ਵਾਸਤੇ। ਤੇ ਫਰੀਦ ਨੇ ਪੁੱਛਣਾ ਕਿ ਮਾਂ ਉਹ ਖੁਦਾ ਕਿਵੇਂ ਸ਼ੱਕਰ ਦੇਵੇਗਾ? ਉਹ ਖੁਦਾ ਸ਼ੱਕਰ ਦੇਣ ਵਾਸਤੇ ਆਵੇਗਾ? ਤੇ ਮਾਤਾ ਨੇ ਕਹਿਣਾ ਬਿਲਕੁਲ ਆਵੇਗਾ, ਕਿਉਂ ਨਹੀਂ ਆਵੇਗਾ? ਜਦੋਂ ਤੂੰ ਉਹਦੀ ਭਗਤੀ ਕਰੇਗਾ, ਉਹਦਾ ਨਾਮ ਜਪੇਗਾ ਤੇ ਉਹਨੇ ਆਪ ਹੀ ਆਉਣਾ। ਫਿਰ ਖੁਦਾ ਨੂੰ ਸ਼ੱਕਰ ਦੇਣ ਵਾਸਤੇ ਤੇਰੇ ਸਰਾਣੇ ਥੱਲੇ ਰੱਖ ਕੇ ਜਾਇਆ ਕਰੇਗਾ। ਤੇ ਗੁਰਮੁਖ ਪਿਆਰੇ ਜਦੋਂ ਸਰਾਣੇ ਨੂੰ ਚੁੱਕਣਾ ਤਾਂ ਵੇਖਣਾ ਤੇ ਵਾਕਈ ਉੱਥੇ ਸ਼ੱਕਰ ਪਈ ਹੈ। ਤੇ ਫਰੀਦ ਨੇ ਖੁਸ਼ ਹੋਣਾ ਤੇ ਕਹਿਣਾ ਕਿ ਮਾਂ ਤੇ ਆਹ ਵੇਖ ਸ਼ੱਕਰ ਪਈ, ਖੁਦਾ ਨੇ ਨੂੰ ਸ਼ੱਕਰ ਦਿੱਤੀ। ਤੇ ਮਾਂ ਕਹਿੰਦੀ ਦੇਖ ਲੈ ਪੁੱਤਰ, ਤੂੰ ਖੁਦਾ ਦੀ ਬੰਦਗੀ ਕਰਦਾ ਹੈ ਨਾ, ਤੇ ਖੁਦਾ ਨੇ ਤੈਨੂੰ ਏਦਾਂ ਹੀ ਸ਼ੱਕਰ ਦੇਣੀ ਹੈ।
ਤੋਂ ਭਾਵ ਕਿ ਮਾਤਾ ਨੇ ਆਪਣੇ ਪੁੱਤਰ ਨੂੰ ਜੋੜਨ ਵਾਸਤੇ ਲਾੜ ਦਿੱਤਾ, ਕਿਉਂ? ਖੁਦਾ ਦੇ ਨਾਲ ਜੋੜਨ ਵਾਸਤੇ। ਤੇ ਇੱਕ ਦਿਨ ਕੀ ਹੋਇਆ, ਪਾਣਾ ਵਰਤਿਆ। ਹੁਣ ਮਾਂ ਦੇ ਇਹ ਦਿਮਾਗ ਤੇ ਖਿਆਲ ਨਿਕਲ ਗਿਆ ਕਿ ਮੈਂ ਅੱਜ ਸ਼ੱਕਰ ਧਰਨੀ ਹੈ। ਹੁਣ ਇੱਕ ਦਿਨ ਸ਼ੱਕਰ ਧਰਨਾ ਭੁੱਲ ਗਈ ਤੇ ਬਾਬਾ ਫਰੀਦ ਆਪਣੇ ਨੇਮ ਦੇ ਅਨੁਸਾਰ ਉੱਠੇ ਤੇ ਉੱਠ ਕੇ ਜਦੋਂ ਜਿੱਦਾਂ ਕਹਿੰਦੇ ਕਿ ਹੱਥ ਮੂੰਹ ਧੋਣਾ ਤੇ ਖੁਦਾ ਦੇ ਨਾਲ ਜੁੜਨਾ, ਜਦੋਂ ਸਰਾਣਾ ਚੁੱਕ ਕੇ ਵੇਖਿਆ ਤੇ ਸ਼ੱਕਰ ਦੀ ਪੁੜੀ ਪਈ। ਤੇ ਜੋ ਉਸੇ ਟਾਈਮ ਮਾਂ ਨੂੰ ਖਿਆਲ ਆਇਆ ਕਿ ਮੈਂ ਤਾਂ ਸ਼ੱਕਰ ਧਰਨਾ ਭੁੱਲ ਗਈ ਅੱਜ। ਤੇ ਅੱਗੇ ਜਦੋਂ ਸ਼ੱਕਰ ਲੈ ਕੇ ਆਈ ਤਾਂ ਹੁਣ ਕੀ ਵੇਖਦੀ ਹੈ, ਅੱਗੇ ਫਰੀਦ ਸ਼ੱਕਰ ਖਾ ਰਿਹਾ ਹੈ ਤੇ ਮਾਤਾ ਪੁੱਛਦੀ ਹੈ, ਮਾਤਾ ਮਰੀਮ ਕਹਿਣ ਲਈ ਕਿ ਪੁੱਤਰ ਫਰੀਦ ਤੂੰ ਸ਼ੱਕਰ ਕਿੱਥੋਂ ਖਾਧੀ? ਕਹਿੰਦਾ ਮਾਂ ਕਿ ਰੋਜ਼ ਤੇ ਖੁਦਾ ਮੈਨੂੰ ਦਿੰਦਾ ਸ਼ੱਕਰ ਖਾਣ ਵਾਸਤੇ, ਮੈਂ ਸਰਾਣੇ ਤੋਂ ਸ਼ੱਕਰ ਚੁੱਕ ਕੇ ਖਾਧੀ ਹੈ। ਤੇ ਅੱਜ ਮਾਂ ਕਹਿਣ ਲੱਗੀ, ਕਹਿੰਦੀ ਆਪਣੇ ਮਨ ਨੂੰ ਕਹਿੰਦੀ ਹੈ, ਕਹਿੰਦੀ ਮਨਾ ਅੱਜ ਉਹ ਮਾਲਕ ਨੇ, ਖੁਦਾ ਨੇ ਖੁਦ ਆਪ ਸ਼ੱਕਰ ਰੱਖੀ, ਮੈਂ ਤੇ ਭੁੱਲ ਗਈ ਸ਼ੱਕਰ ਰੱਖਣੀ। ਤੇ ਇਹਦਾ ਹੌਲੀ ਹੌਲੀ ਜੁੜਦੇ ਗਏ ਬਾਬਾ ਫਰੀਦ ਸਾਹਿਬ। ਜਦੋਂ ਬਾਬਾ ਫਰੀਦ ਸਾਹਿਬ ਜੁੜਦੇ ਨੇ, ਥੋੜਾ ਸਰੀਰ ਵੱਡਾ ਹੋਇਆ, ਉਮਰ ਨੌਜਵਾਨ ਅਵਸਥਾ ਦੇ ਵਿੱਚ ਆਈ ਤਾਂ ਗੁਰਮੁਖ ਕਹਿ ਲਓ ਹੁਣ ਜਿੱਥੇ ਘਾਟਾ ਜੁੜਨਾ 2-2 ਘੰਟੇ, ਇਹਦਾ ਸਮਾਂ ਵਧਦਾ ਗਿਆ ਤੇ ਬਾਬੇ ਫਰੀਦ ਜੀ ਵਾਹਿਗੁਰੂ ਖੁਦਾ ਦੇ ਨਾਲ ਜੁੜਦੇ ਗਏ। ਹੁਣ ਕਈ ਵਾਰ ਕੀ ਹੁੰਦਾ ਹੈ, ਜਦੋਂ ਜੁੜੇ ਹੋਏ ਨੇ ਨਾ ਤਾਂ ਜਦੋਂ ਬਾਹਰ ਰੌਲਾ ਪੈਂਦਾ ਹੈ ਤੇ ਹੁਣ ਮਨ ਜਿਹੜਾ ਉਹ ਮਨ ਜੇ ਟੁੱਟ ਜਾਂਦੀ ਹੈ ਖੁਦਾ ਦੇ ਨਾਲ, ਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਮਾਂ ਕਿ ਜਦੋਂ ਬਾਹਰ ਰੌਲਾ ਪੈਂਦਾ ਹੈ ਨਾ ਤੇ ਮੇਰਾ ਮਨ ਨਹੀਂ ਜੁੜਦਾ, ਤੇ ਫਿਰ ਕੀ ਕੀਤਾ ਜਾਵੇ? ਤੇ ਫਿਰ ਮਾਂ ਨੇ ਕਹਿਣਾ ਕਿ ਪੁੱਤਰ ਜੰਗਲ ਵਿੱਚ ਜਾ ਕੇ ਸਿਮਰਨ ਕਰ ਲੈ। ਫਿਰ ਜੰਗਲ ਦੇ ਵਿੱਚ ਭੇਜ 12 ਸਾਲ ਖੁਦਾ ਦੀ ਬੰਦਗੀ ਕਰਦੇ ਰਹੇ ਕਿ ਮੈਨੂੰ ਰੱਬ ਮਿਲ ਜਾ, ਮੈਨੂੰ ਖੁਦਾ ਪਰਮੇਸ਼ਰ ਮੈਨੂੰ ਮਿਲ ਜਾ। ਤੇ ਇੰਨੀ ਗਹਿਰੀ ਸਮਾਧੀ ਦੇ ਵਿੱਚ ਬੈਠ ਜਾਣਾ, ਸਾਰਾ ਦਿਨ ਬੈਠੇ ਰਹਿਣਾ, ਸਾਰੀ ਰਾਤ ਬੈਠੇ ਰਹਿਣਾ। ਜਦੋਂ ਭੁੱਖ ਲੱਗਣੀ ਤਾਂ ਜਿਹੜੇ ਦਰਖਤ ਸੀ ਉਹਨਾਂ ਦੇ ਫਲ ਤੋੜ ਕੇ ਖਾ ਲੈਣਾ, ਜੇ ਫਲ ਹੁੰਦੇ ਸੀ ਪੱਤੇ ਤੋੜ ਕੇ ਖਾ ਲੈਣੇ। ਤੇ ਕੇਸਾਂ ਦੀਆਂ ਜਗ੍ਹਾ ਬਣ ਗਈਆਂ, ਵਾਲ ਜੁੜ ਗਏ। ਜਦੋਂ 12 ਸਾਲ ਹੁਣ ਸਿਰ ਵਾਹਿਆ ਹੀ ਨਹੀਂ, ਕੰਗਾ ਕੀਤਾ ਹੀ ਨਹੀਂ, ਤੇ ਫਿਰ ਤੇ ਕੇਸ ਜਟਾ ਬਾਣੀ ਨੇ ਤੁਸੀਂ 2 ਦਿਨ ਕੇਸ ਨਾ ਵਾਹੋ ਤੇ ਗੁਰਮੁਖ ਫਿਰ ਆਪ ਹੀ ਵਾਲ ਜੁੜ ਜਾਂਦੇ। ਫਿਰ ਜਦ ਤੀਸਰੇ ਦਿਨ ਆਪਾਂ ਕੰਗਾ ਕਰਦੇ ਆ ਨਾ ਕੇਸਾਂ ਦੇ ਵਿੱਚ, ਫਿਰ ਕਿੰਨੀ ਤਕਲੀਫ ਹੁੰਦੀ ਹੈ, ਕਿਵੇਂ ਗੁਲਜਾਂ ਜੇ ਉਹ ਜੁੜੇ ਹੋਏ ਵਾਲਾਂ ਨੂੰ ਕਿਵੇਂ ਵੱਖੋ ਵੱਖਰੇ ਕਰਨਾ ਪੈਂਦਾ। ਹੁਣ ਇਹਦੇ 12 ਸਾਲਾਂ ਦੀ ਗੱਲ ਹੋ ਗਈ। ਹੁਣ 12 ਸਾਲਾਂ ਦੇ ਬਾਅਦ ਜਦੋਂ ਬਾਬਾ ਫਰੀਦ ਸਾਹਿਬ ਘਰ ਨੂੰ ਮੁੜ ਕੇ ਆਉਂਦੇ ਨੇ ਤੇ ਹੁਣ ਮਾਤਾ ਪੁੱਛਦੀ ਹੈ, ਕਹਿਣ ਲੱਗੀ ਪੁੱਤਰ ਫਰੀਦ ਤੂੰ 12 ਸਾਲ ਹੋ ਗਏ, ਤੈਨੂੰ ਖੁਦਾ ਮਿਲਿਆ ਕਿ ਨਹੀਂ, ਰੱਬ ਮਿਲਿਆ ਕਿ ਨਹੀਂ ਮਿਲਿਆ? ਤੇ ਬਾਬੇ ਫਰੀਦ ਨੇ ਕਿਹਾ, ਕਹਿੰਦੇ ਮਾਂ ਮੈਂ ਦਿਨ ਰਾਤ ਸਮਾਧੀ ਵਿੱਚ ਬੈਠਾ ਰਿਹਾ, 12 ਸਾਲ ਹੋ ਗਏ। ਆ ਜਿਹੜਾ ਸਰੀਰ ਵੀ ਦੇਖ ਲੈ ਕਿਵੇਂ ਸੁੱਕ ਕੇ ਕਾਇਦ ਬਣਿਆ ਪਿਆ ਹੈ। ਤੇ ਮਾਤਾ ਨੇ ਪੁੱਛਣਾ ਕਿ ਪੁੱਤਰ ਫਿਰ ਤੂੰ ਸਕਦਾ ਸਕਾਉਂਦਾ ਕੀ ਸੀਗਾ, ਕੀ ਸਕਦਾ ਸੀ ਤੇ ਉੱਥੇ ਭੁੱਖ ਲੱਗੀ ਹੋਣੀ ਤੈਨੂੰ, ਫਿਰ ਭੁੱਖ ਨੂੰ ਮਿਟਾਉਣ ਵਾਸਤੇ ਕੀ ਖਾਂਦਾ ਸੀ? ਕਹਿੰਦਾ ਮਾਂ ਮੈਂ ਦਰਖਤਾਂ ਦੇ ਫਲ ਤੋੜ ਕੇ ਖਾ ਲੈਂਦਾ, ਜੇ ਫਲ ਨਾ ਪੈਂਦੇ ਪੱਤੇ ਤੋੜ ਕੇ ਖਾ ਲੈਂਦਾ। ਤੇ ਇਦਾਂ 12 ਸਾਲ ਲਗਾਏ। ਤੇ ਮਾਂ ਨੇ ਫਿਰ ਆਪਣੇ ਪੁੱਤਰ ਦੀ ਹਾਲਤ ਵੇਖੀ ਤੇ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੋਈ ਕਹਿੰਦੀ ਲੈ ਪੁੱਤਰ ਤੇ ਲੈ ਮੈਂ ਤੇਰੇ ਕੰਗਾ ਕੇਸਾਂ ਵਿੱਚ ਕੰਗੀ ਕਰਦਿਆਂ ਵੇਖ ਤੇਰੇ ਵਾਲ ਕਿਵੇਂ ਜੁੜ ਗਏ, ਜਟਾਂ ਬਣ ਗਈਆਂ। ਲੈ ਮੈਂ ਕੋਸ਼ਿਸ਼ ਕਰਦੀ ਆ, ਮੈਂ ਯਤਨ ਕਰਦੀ ਆ ਕਿ ਤੇਰੇ ਵਾਲ ਪਹਿਲਾਂ ਵਾਂਗ ਕੱਲੇ ਕੱਲੇ ਵਾਲ ਹੋ ਜਾਣ। ਬਾਬਾ ਫਰੀਦ ਸਾਹਿਬ ਨੇ ਇਸ਼ਨਾਨ ਕੀਤਾ ਤੇ ਹੁਣ ਮਾਂ ਨੇ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ। ਗੋਦ ਵਿੱਚ ਬਿਠਾ ਕੇ ਨਾਲ ਤੇ ਪਿਆਰ ਕਰਦੀ ਹੈ ਤੇ ਨਾਲੇ ਆਪਣੇ ਪੁੱਤਰ ਨੂੰ ਫਰੀਦ ਨੂੰ ਪੁੱਛਦੀ ਹੈ, ਜਿਵੇਂ ਪਹਿਲਾਂ ਬਚਨ ਆਪਾਂ ਸਾਂਝਾ ਕੀਤਾ ਹੈ ਕਿ ਕੀ ਉੱਥੇ ਖਾਂਦਾ ਸੀਗਾ। ਤੇ ਬਾਬਾ ਫਰੀਦ ਸੀ ਕਹਿੰਦੇ ਨੇ ਮੈਂ ਤੇ ਫਲ ਤੋੜ ਕੇ ਦਰਖਤਾਂ ਦੇ ਨਾਲ ਖਾਂਦਾ, ਪੱਤੇ ਤੋੜ ਕੇ ਖਾ ਲੈਂਦਾ। ਤੇ ਜਦੋਂ ਮਾਤਾ ਨੇ ਸਿਰ ਨੂੰ ਕੇਸਾਂ ਨੂੰ ਲਾਇਆ, ਹੱਥ ਕੰਗਾ ਪਾਇਆ ਤੇ ਕੱਕੇ ਨੂੰ ਖਿੱਚਿਆ ਤੇ ਬਾਬੇ ਫਰੀਦ ਨੇ ਅੱਖਾਂ
ਤੇ ਬਾਬੇ ਫਰੀਦ ਦੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਨਾਲੇ ਜਿਵੇਂ ਵੀ ਕਹਿੰਦੇ ਕਿ ਚੀਕ ਮਾਰਨੀ ਤੇ ਬਾਬਾ ਫਰੀਦ ਸਾਹਿਬ ਨੇ ਚੀਕ ਮਾਰੀ, ਅੱਖਾਂ ਵਿੱਚੋਂ ਪਾਣੀ ਆਇਆ ਤੇ ਮਾਂ ਪੁੱਛਦੀ ਕਹਿੰਦੀ ਪੁੱਤਰ ਕੀ ਗੱਲ ਹੋ ਗਈ? ਕਹਿੰਦਾ ਮਾਂ ਕੰਗਾ ਹੌਲੀ ਖਿੱਚ, ਮੇਰੇ ਵਾਲ ਕੇਸ ਪੱਟੇ ਜਾ ਰਹੇ ਨੇ, ਮੈਨੂੰ ਦਰਦ ਹੁੰਦਾ ਹੈ, ਮੈਨੂੰ ਤਕਲੀਫ ਹੁੰਦੀ ਹੈ। ਤੇ ਮਾਂ ਨੇ ਫਿਰ ਇੱਥੇ ਕੀ ਕਿਹਾ? ਕਹਿੰਦੀ ਪੁੱਤਰਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਇੱਥੇ ਤੇ ਮੈਂ ਤੇਰੇ ਹੁਣ ਵਾਲ ਖਿੱਚੇ ਤੇ ਤੈਨੂੰ ਤਕਲੀਫ ਹੋਈ, ਤੈਨੂੰ ਪੀੜ ਹੋਈ, ਤੈਨੂੰ ਦਰਦ ਹੋਇਆ ਤੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਜਦੋਂ ਤੂੰ ਰੋਜ਼ ਤੇ ਫਲ ਤੋੜ ਕੇ ਪੱਤੇ ਤੋੜ ਕੇ ਖਾਂਦਾ ਸੀ ਦਰਖਤਾਂ ਦੇ, ਕੀ ਉਹਨੂੰ ਤਕਲੀਫ ਨਹੀਂ ਹੋਈ ਹੋਣੀ? ਕਿ ਉਹਨਾਂ ਨੂੰ ਦਰਦ ਨਹੀਂ ਹੋਇਆ ਹੋਣਾ? ਕਿ ਉਹਨਾਂ ਦੀ ਹਾਏ ਨਹੀਂ ਨਿਕਲੀ ਹੋਣੀ? ਕਿ ਮਾਂ ਉਹਨਾਂ 'ਚ ਵੀ ਜਾਨ ਹੁੰਦੀ ਹੈ? ਤੇ ਮਾਤਾ ਨੇ ਕਿਹਾ ਕਹਿੰਦੀ ਪੁੱਤਰ ਜੋ ਆਪਾਂ ਵੇਖਦੇ ਆ ਨਾ ਜੀਵ ਜੰਤੂ, ਆ ਜੋ ਪੇੜ ਪੌਦੇ ਵੇਖਦੇ ਆ, ਇਹਨਾਂ ਸਾਰਿਆਂ ਵਿੱਚ ਜਾਨ ਹੈ। ਇਹ ਸਾਰੇ ਜੂਨੀਆਂ ਵਿੱਚ ਨੇ, ਇਹ ਵੱਖੋ ਵੱਖਰੀਆਂ ਜੂਨਾਂ ਦੇ ਵਿੱਚ ਨੇ। ਬਾਬੇ ਫਰੀਦ ਨੇ ਪੁੱਛਣਾ ਕਿ ਮਾਂ ਤੇ ਫਿਰ ਮੈਨੂੰ ਇਹ ਦੱਸ ਕਿ ਜਦੋਂ ਇਨਸਾਨ ਜੀਵ ਮਰਦਾ ਹੈ, ਬੰਦਾ ਜਦੋਂ ਮਨੁੱਖ ਮਰ ਗਿਆ, ਕੀ ਇਹ ਮੁੜ ਕੇ ਫਿਰ ਮਨੁੱਖਾ ਜਨਮ ਚ ਨਹੀਂ ਆਉਂਦਾ? ਮਾਤਾ ਕਹਿੰਦੀ ਨਹੀਂ। ਕਿਉਂ ਨਹੀਂ ਆਉਂਦਾ? ਮਾਤਾ ਜੀ ਕਹਿੰਦੇ ਨੇ, ਕਹਿੰਦੇ ਪੁੱਤਰ ਤੇ ਇੱਥੇ ਫਿਰ ਸਤਿਗੁਰਾਂ ਨੇ ਵੀ ਆਪਣੇ ਬਚਨਾਂ ਦੇ ਵਿੱਚ ਕਿਹਾ ਕਿ ਭਾਈ ਇੱਥੇ ਜਿਹੋ ਜੇ ਤੂੰ ਕਰਮ ਕਰੇਗਾ ਤੇ ਉਹਾ ਜੀ ਤੈਨੂੰ ਅੱਗੇ ਫਲ ਮਿਲਣਾ ਹੈ, ਉਹਾ ਜਿਹਾ ਤੈਨੂੰ ਅੱਗੇ ਫਲ ਮਿਲੇਗਾ, ਉਹ ਜਿਹਾ ਤੈਨੂੰ ਭੋਗਣਾ ਪੈਣਾ। ਜੈਸਾ ਬੀਜੇਗਾ ਵੈਸਾ ਵੱਢਣਾ। ਹੁਣ ਅੱਗੇ ਕਿਹੜਾ ਕਿਸੇ ਨੇ ਗੁਰਮੁਖ ਕਰੇ? ਕਿਉਂਕਿ ਆਪਾਂ ਕਹਿੰਦੇ ਆ ਕਿ ਅੱਗੇ ਕੀ ਵੇਖਿਆ, ਅੱਗੇ ਕਿਹਨੇ ਵੇਖਿਆ? ਕਰੋ ਮਨਮਾਨੀਆਂ, ਕਰੋ ਅਤਿਆਚਾਰ, ਕਰੋ ਜ਼ੁਲਮ, ਖਾਓ ਨਸ਼ੇ, ਕਰੋ ਮੌਜਾਂ। ਪਰ ਗੁਰਮੁਖ ਪਿਆਰਿਓ ਆਪਾਂ ਇੱਥੇ ਮੌਜਾਂ ਕਰਨ ਨਹੀਂ, ਆਪਾਂ ਤਾਂ ਆਪਣੇ ਜਨਮ ਨੂੰ ਸਫਲ ਬਣਾਉਣ ਵਾਸਤੇ, ਆ ਨਖਿੱਧ ਟੇਢਿਆਂ ਮੇਢਿਆਂ ਜੂਨਾਂ ਵਿੱਚੋਂ ਨਿਕਲਣ ਵਾਸਤੇ ਆਪਾਂ ਨੂੰ ਉਸ ਮਾਲਕ ਨੇ ਇਹ ਮਨੁੱਖਾ ਦੇਹੀ ਬਖਸ਼ੀ ਤਾਂ ਕਿ ਇਹਨੂੰ ਸੋਝੀ ਆ ਜੇ, ਇਹਨੂੰ ਮੱਤ ਆ ਜਾਵੇ ਕਿ ਇਹ ਆਵਾ ਗਾਉਣ ਦੇ ਚੱਕਰ ਤੋਂ ਬਚ ਜਾਏ। ਪਰ ਇੱਥੇ ਇਹਨੇ ਕੀ ਬਚਣਾ ਹੈ? ਇੱਥੇ ਹੋਰ ਵੀ ਲਿਖਿਤ ਕਰਮ ਕਰਨ ਲੱਗ ਗਿਆ ਤੇ ਹੋਰ ਵੀ ਇਹ ਮਾੜੇ ਕਰਮ ਕਰਕੇ ਆਪਣੇ ਹੋਰ ਜੂਨੀਆਂ ਵਿੱਚ ਪੈਣ ਦੇ ਜਿਹੜੇ ਰਾਹ ਸਾਫ਼ ਕਰ। ਹੁਣ ਅੱਗੇ ਕੀ ਧਰਮ ਹੈ ਕਿਸੇ ਦਾ ਦੇਖਣ ਨਹੀਂ ਹੈ, ਕਿਉਂਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵ ਲੱਗੇ। ਹੁਣ ਇੱਥੇ ਤਾਂ ਕੀ ਹੁੰਦਾ ਹੈ? ਇੱਥੇ ਦੀਆਂ ਅਦਾਲਤਾਂ ਨੇ ਜਿਹੜੀਆਂ ਇੱਥੇ ਤੇ ਸੱਚ ਨੂੰ ਝੂਠ, ਝੂਠ ਨੂੰ ਸੱਚ ਬਣਾ ਦਿੰਦੇ ਆ। ਪਰ ਉੱਥੇ ਤੇ ਮਹਾਰਾਜ ਕਹਿੰਦਾ ਸੱਚੋ ਹੀ ਸੱਚ ਤੇ ਪੜਿਆ, ਜਦੋਂ ਵੱਖ ਖੜੇ ਤੇ ਉੱਥੇ ਤੇ ਫਿਰ ਸੱਚ ਤੇ ਝੂਠ ਦਾ ਨਤਾਰਾ ਹੁੰਦਾ ਹੈ, ਸਹੀ ਤੇ ਗਲਤ ਦਾ ਉੱਥੇ ਨਤਾਰਾ ਹੁੰਦਾ ਹੈ ਕਿ ਸਹੀ ਕੀ ਹੈ ਤੇ ਗਲਤ ਕੀ। ਉੱਥੇ ਕਿਸੇ ਨੇ ਤੈਨੂੰ ਪੁੱਛਣਾ ਨਹੀਂ, ਉੱਥੇ ਕਿਸੇ ਨੇ ਤੈਨੂੰ ਤੇਰੀ ਸਹਾਇਤਾ, ਕਿਸੇ ਨੇ ਤੇਰੀ ਮਦਦ ਨਹੀਂ ਕਰਨੀ। ਇੱਥੇ ਕੋਈ ਮੁਲਜ਼ਮ ਜ਼ੁਲਮ ਕਰਕੇ ਜੱਜ ਦੇ ਅੱਗੇ ਕਟਹਿਰੇ ਦੇ ਵਿੱਚ ਖੜਾ ਹੈ ਤੇ ਜੱਜ ਦੇ ਅੱਗੇ ਫਾਈਲ ਰੱਖ ਦਿੱਤੀ ਜਾ ਕੇ ਵਕੀਲਾਂ ਨੇ। ਹੁਣ ਜੱਜ ਫਾਈਲ ਨੂੰ ਦੇਖ ਰਿਹਾ ਹੈ ਤੇ ਜੱਜ ਪੁੱਛਦਾ ਹੈ, ਗੁਨਾਹਗਾਰ ਨੂੰ ਪੁੱਛਦਾ, ਕਹਿਣਾ ਵੀ ਤੇਰੇ ਤੇ ਆ ਜ਼ੁਲਮ ਹੈ ਤੇ ਆ ਗੁਨਾਹ ਕੀਤਾ। ਹੁਣ ਮੁਲਜ਼ਮ ਕਹਿਣ ਲੱਗਾ ਜੱਜ ਨੂੰ, ਕਹਿੰਦਾ ਜੱਜ ਸਾਹਿਬ ਕਹਿੰਦਾ ਮੈਂ ਕੋਈ ਜ਼ੁਲਮ ਨਹੀਂ ਕੀਤਾ, ਮੈਂ ਕੋਈ ਅਤਿਆਚਾਰ ਨਹੀਂ ਕੀਤਾ, ਮੈਂ ਕਿਸੇ ਦਾ ਕਤਲ ਨਹੀਂ ਕੀਤਾ, ਕਿਸੇ ਨਾਲ ਮਾਰ ਕੁਟਾਈ ਨਹੀਂ ਕੀਤੀ। ਤੇ ਜੱਜ ਨੇ ਅੱਗੋਂ ਕੀ ਜਵਾਬ ਦਿੱਤਾ? ਤੇ ਜੱਜ ਨੇ ਕਿਹਾ, ਕਹਿੰਦਾ ਮੈਂ ਕਿਹੜਾ ਤੈਨੂੰ ਦੇਖ ਕੇ ਆਇਆ ਸੀ ਕਿ ਤੈਂ ਇਹ ਜ਼ੁਲਮ ਕੀਤਾ ਜਾਂ ਨਹੀਂ, ਮੈਨੂੰ ਨਹੀਂ ਪਤਾ ਕਿ ਤੈਂ ਜ਼ੁਲਮ ਕੀਤਾ ਜਾਂ ਨਹੀਂ ਕੀਤਾ, ਪਰ ਇੱਥੇ ਤੇਰੀ ਫਾਈਲ ਦੱਸ ਰਹੀ ਹੈ, ਤੇਰੇ ਆ ਕਾਗਜ਼ ਦੱਸ ਰਹੇ ਨੇ ਕਿ ਤੂੰ ਇਹ ਕਾਗਜ਼ਾਂ ਦੇ ਮੁਤਾਬਕ ਤੂੰ ਦੋਸ਼ੀ ਹੈ। ਇਸ ਦੋਸ਼ ਤੇ ਇਹ ਜਿਹੜੇ ਦੋਸ਼ ਕੀਤੇ ਨੇ ਇਹਨਾਂ ਦੇ ਮੁਤਾਬਕ ਤੈਨੂੰ ਸਜ਼ਾ ਦੇਣੀ ਹੈ, 2 ਸਾਲ 5 ਸਾਲ 10 ਸਾਲ 20 ਸਾਲ ਸਾਰੀ ਉਮਰ ਵਾਸਤੇ ਤੈਨੂੰ ਮੈਂ ਜੇਲ੍ਹ ਸੁੱਟਾਂਗਾ। ਹੁਣ ਇੱਥੇ ਤੇ ਸੱਚ ਤੇ ਝੂਠ, ਇੱਥੇ ਸੱਚ ਦੀ ਸਿਰਾ ਝੂਠ ਵੀ ਬਦਲ ਗਿਆ, ਜਿਹੜਾ ਝੂਠ ਤੇ ਸੱਚ ਵਿੱਚ ਬਦਲ ਗਿਆ। ਬੇਗੁਨਾਹੇ ਨੂੰ ਫਾਂਸੀਆਂ ਦੇ ਰਸਤੇ ਗਲ ਵਿੱਚ ਪੈ ਗਏ,
सजावां हो गई बेगुनाह जिन्हें कोई गुनाह कीते ही नहीं, जिहड़े कसूरवार सी उन्होंने जज ने बरी कर दिया। पर इसी तरह इत्थे जिहड़ा सच ते झूठ अगे भी एक अदालत है ते उत्थे भी जिहड़े चित्र ते गुप्त ने साडियां बहियां तैयार कर लियां, एक सज्जे बैठा है मोढे ते एक खब्बे बैठा है, एक दिन दे साडे गुनाह साडे कर्म लिख रहे हैं, एक रात दे साडे कर्म लिख रहे हैं। हुण दोनों ने लिजा के पहला दोनों ने जाके पईयां धर्मराज अगे स्टेज दे उत्ते रख दित्तियां ते हुण मेज दे उत्ते पईयां पहला ते हुण कटहरे विच खड़ा जाके मुलजम ए जीव ते हुण इत्थे पुछदे हां भी तू गया सी दस तैं की कर्म कीते किहो जे कर्म कीते। हुण उत्थे कवेगा उत्थे ते हुण कौन सहायता करन वाला मदद करन वाला कोई, क्योंकि उत्थे हुण कल्ला ही खड़ा है ना, उदे कल्ला खड़ा हो जो खप्पड़ रूप सुहावना साड दुनिया अंदर जावना, सोहने वस्त्र पाए, बड़ा शरीर नूं बड़ा मेकअप कीता, हार श्रृंगार कीता, अपने शरीर नूं सोहना बना के रखिया, बड़े सोहने वस्त्र पाए, पर छड्ड के किथे छड्ड गया कप्पड़ रूप सुहावना साड दुनिया अंदर जावना, दुनिया दे विच छड्ड के बंदा चंगा अपना आप ही कीता। हुण ਜਿਹੇ कर्म कीते ओदी झोली विच ने ते ओदियां बहियां उत्ते लिखे गए, हुण लेके नाल चले आए। मंदा चंगा अपने कीता हुक्म जी अपना भाम तेरा भीड़ है अगे जा अपना। हुण किहो जिहियां गलियां ने किहो जिहे रस्ते ने कि हुण इदां दी आउण थोड़ के 20-50 फुट ਦੀਆਂ सड़कां लंबियां बणीਆਂ होईयां ने, अरे राह भीड़ है अगे जावना, पता नहीं किहो जे भीड़े रास्ते ने, किहो जे बेतरनियां नदियां, पता नहीं किहो जे किने कष्ट ने इस रास्ते दे विच नंगा लोच विच आ जाता जैसे खड़ा खड़ा हमारे कहते गिरते शरीर पे वस्त्र बनी आई बस बिना वस्त्र तो जा आंदे से खड़ा डरावना डरावना सामने खड़ा ਉਹਨੂੰ ਵੇਖਿਆ ਤੇ ਉਹਨੂੰ ਮਨ ਡਰ ਗਿਆ ਜੀ ਕਿ ਹੁਣ ਪਤਾ ਨਹੀਂ ਮੇਰਾ ਕੀ ਹੋਵੇ। ਸਾਰੇ ਕਹਿੰਦੇ ਨੇ ਫੇਰ ਕਹਿੰਦਾ ਕਿ ਮੈਂ ਚੰਗਾ ਨਹੀਂ ਕੀਤਾ, ਮੈਂ ਮਾੜਾ ਕੀਤਾ, ਜੇ ਚੰਗੇ ਕਰਮ ਕੀਤੇ ਹੁੰਦੇ ਨਾ ਤਾਂ ਇੱਥੇ ਨਹੀਂ ਸੀ ਮੈਨੂੰ ਆਉਣਾ ਪੈਂਦਾ। ਤੇ ਬਾਬਾ ਜੀ ਕਹਿੰਦੇ ਨੇ ਕਰ ਔਗਣ ਪਛਤਾਵਣਾ, ਹੁਣ ਔਗਣਾ ਨੂੰ ਕਰਕੇ ਹੁਣ ਪਛਤਾ ਰਿਹਾ, ਹੁਣ ਕੀ ਬਣਦਾ ਹੈ ਵੀ ਕੁਛ ਨਹੀਂ, ਹੁਣ ਤੇ ਕੁਛ ਨਾ ਬਣਦਾ, ਹੁਣ ਕੀ ਬਣਨਾ ਹੈ, ਹੁਣ ਤੇ ਬਸ ਹਾਏ ਗੱਲਾਂ ਬੁੱਧੀ ਵੇਖਦਾ ਹੈ। ਤੇ ਪਰ ਜਿਹੜੇ ਗੁਰਮਖਾਂ ਨੇ ਵਾਹਿਗੁਰੂ ਦੇ ਨਾਲ ਜੁੜਨਾ ਕੀਤਾ ਤੇ ਸਤਿਗੁਰੂ ਨੇ ਕਹਿੰਦੇ ਹੁਣ ਜਾਮਨੀ ਉਹਨੂੰ ਦੇਵ ਲੋਕ ਲੈਣ ਵਾਸਤੇ, ਹੁਣ ਦੇਵ ਲੋਕ ਦੇਵਦੇ ਉਹਨੂੰ ਲੈਣ ਵਾਸਤੇ ਭਗਵਾਨਾਂ ਵਿੱਚ ਲੈ ਕੇ ਜਾਂਦੇ ਨੇ, ਕਿਉਂਕਿ ਉਹਦੀ ਇੱਥੇ ਵੀ ਸੋਭਾ ਤੇ ਅੱਗੇ ਵੀ ਸੋਭਾ। ਉਹ ਆਪ ਵੀ ਤਰਿਆ, ਆਪਣੇ ਪੁਰਾਂ ਨੂੰ ਵੀ ਧਾਰ ਲਿਆ। ਸਤਿਗੁਰਾਂ ਦੇ ਬਚਨ ਪੜੋ ਕਿ ਜਿਨੇ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ, ਨਾਨਕ ਕੋਲੋਂ ਉਧਾਰੇ ਆਪਣਾ ਦਰਖ ਨਾ ਪਾਵੇ। ਪ੍ਰਮਾਣ ਹੋ ਗਿਆ, ਸਤਿਕਾਰਯੋਗ ਹੋ ਗਿਆ, ਮਹਾਂਪੁਰਸ਼ਾਂ ਦੇ ਸਥਾਨ ਦੇ ਉੱਤੇ ਬੈਠੇ ਆ ਤੇ ਮਹਾਂਪੁਰਸ਼ਾਂ ਨੇ ਵਾਹਿਗੁਰੂ ਦੇ ਨਾਲ ਜੁੜਨਾ ਕੀਤਾ, ਸਿਮਰਨ ਕੀਤਾ, ਭਜਨ ਬੰਦਗੀ ਕੀਤੀ। ਅੱਜ ਉਹਨਾਂ ਨੂੰ ਸਾਰੇ ਨਗਰ ਵਾਲੇ ਸਾਰੇ ਇਲਾਕੇ ਵਾਲੇ ਉਹਨਾਂ ਦੀ ਪੂਜਾ ਕਰਦੇ ਨੇ। ਪ੍ਰਮਾਣ ਹੋ ਗਏ ਨਾ, ਸਤਿਕਾਰਯੋਗ ਹੋ ਗਏ, ਜਿਹਨੇ ਗੁਰਮੁਖ ਨਾਮ ਤੇ ਆਏ ਤੇ ਪ੍ਰਵਾਨ। ਤੇ ਅੱਗੇ ਪਹਿਲਾਂ ਆਪ ਨਹੀਂ ਕਰਿਆ ਤੇ ਮਹਾਰਾਜ ਕਹਿੰਦੇ ਨੇ ਅੱਗੇ ਪੁੱਜੇ ਕੋਲਾਂ ਵੀ ਤਰ ਗਈਆਂ, ਨਾਨਕ ਖੋਲੋ ਵਧਾਰੇ ਦਰਗਾਹ ਪਾਵੇ ਵਾਣੋ। ਦਰਗਾਹ ਵਿੱਚ ਵੀ ਮਾਣ ਸਨਮਾਨ ਮਿਲ ਗਿਆ, ਉੱਥੇ ਵੀ ਉਹਨੂੰ ਇੱਜ਼ਤ ਮਿਲੀ, ਜਿਵੇਂ ਇੱਥੇ ਇੱਜ਼ਤ ਮਿਲਦੀ ਹੈ ਨਾ ਤੇ ਉੱਥੇ ਵੀ ਅੱਗੇ ਉਹਨੂੰ ਇੱਜ਼ਤ ਮਿਲਦੀ ਹੈ। ਹੁਣ ਗੁਰੂ ਕੇ ਪਿਆਰੇ ਜਦੋਂ ਤੁਰਦੇ ਨੇ, ਤੁਰੇ ਜਾਂਦੇ ਨੇ ਤੇ ਉਹਨੂੰ ਹਰ ਕੋਈ ਸੀਟ ਝੁਕਾ ਕੇ ਉਹਨੂੰ ਫਤਿਹ ਬੁਲਾਉਂਦਾ ਹੈ, ਉਹਨੂੰ ਮੱਥਾ ਟੇਕਦਾ, ਉਹਨੂੰ ਨਮਸਕਾਰ ਕਰਦਾ ਹੈ। ਕਿਉਂ ਕਰਦਾ ਹੈ ਕਿ ਇਹ ਗੁਰੂ ਦਾ ਸਿੱਖ ਹੈ, ਇਹ ਗੁਰੂ ਦੇ ਬਾਣੇ ਦੇ ਵਿੱਚ ਇਹ ਗੁਰੂ ਦਾ ਸਿੱਖ ਆ ਰਿਹਾ ਹੈ। ਕਿੰਨਾ ਉਹਦਾ ਮਾਣ, ਕਿੰਨਾ ਸਨਮਾਨ ਹੋ। ਇਸੇ ਤਰ੍ਹਾਂ ਗੁਰਮੁਖ ਅੱਗੇ ਵੀ ਉਹਦਾ ਇਦਾਂ ਹੀ ਮਾਣ ਸਨਮਾਨ ਹੋਵੇਗਾ। ਤੇ ਇਸ ਕਰਕੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਉਹਨਾਂ ਨੂੰ ਲੋਕੀ ਪੂਜਦੇ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਾਹ ਹੌਲੀ ਖਿੱਚ ਵਾਲਾ, ਤਕਲੀਫ ਹੁੰਦੀ ਹੈ, ਦਰਦ ਹੁੰਦਾ ਹੈ ਤੇ ਮਾਣ ਇਸ ਮਜਾਏ।
ਇਹ ਪੁੱਤਰ ਹਰ ਇੱਕ ਜੀਵ ਦੇ ਵਿੱਚ, ਹਰ ਇੱਕ ਪੇੜ ਦੇ ਪੌਦੇ ਦੇ ਵਿੱਚ ਜਾਨ ਹੁੰਦੀ ਹੈ, ਕਿਉਂਕਿ ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਨੇ। ਸਾਰੇ ਇਹ ਵੱਖੋ ਵੱਖਰੇ ਜੂਨਾਂ ਦੇ ਵਿੱਚ ਆਏ ਹੋਏ ਨੇ, 84 ਲੱਖ ਜੂਨਾਂ ਉਹ ਇਦਾਂ ਹੀ ਬਣੀ ਹੋਈ ਹੈ।